ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਸਰਕਾਰ ਨੂੰ ਕਿਸਾਨ ਅੰਦੋਲਨ ਦੇ ਨਾਲ ਫਰਕ ਕਿਸ ਤਰ੍ਹਾਂ ਦਾ ਪੈ ਰਿਹਾ, ਇਹਦੇ ਬਾਰੇ ਅਸੀਂ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ। ਪਰ ਇਸ ਸਭ ਦੇ ਵਿਚਾਲੇ ਹੁਣ ਨਵੀਆਂ ਖਬਰਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਚਰਚਾਵਾਂ ਦੇ ਵਿੱਚ ਨੇ ਕਿ ਭਾਜਪਾ ਦੇ ਇੱਕ ਸੀਨੀਅਰ ਲੀਡਰ ਜਿਹੜੇ ਨੇ 2 ਵਾਰ ਭਾਜਪਾ ਦੀ ਟਿਕਟ ਦੇ ਉੱਤੇ ਚੋਣ ਲੜ ਚੁੱਕੇ ਨੇ। ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ, ਬੀਜੇਪੀ ਨੂੰ ਛੱਡ ਦਿੱਤਾ। ਕਾਰਨ ਇਹੀ ਹੈ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਬੀਜੇਪੀ ਨੇ ਜਿਹੋ ਜਿਹੀ ਭੂਮਿਕਾ ਨਿਭਾਈ ਹੈ ਤੇ ਜਿਹੋ ਜਿਹੀ ਭੂਮਿਕਾ ਨਿਭਾਈ ਜਾ ਰਹੀ ਹੈ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਉਹ ਕੌਣ ਆਗੂ ਨੇ ਤੇ ਉਹਨਾਂ ਦਾ ਬੀਜੇਪੀ ਦੀ ਸਿਆਸਤ ਜਾਂ ਦੇਸ਼ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਰਿਹਾ ਤੇ ਅੱਗੇ ਕੀ ਭਵਿੱਖੀ ਸਿੱਟੇ ਜਿਹੜੇ ਉਹ ਨਿਕਲਣਗੇ। ਇਸ ਤੋਂ ਇਲਾਵਾ ਜਿਹੜਾ ਅਸੀਂ ਨਾਸਿਕ ਦੇ ਵਿੱਚ ਮਹਾਰਾਸ਼ਟਰ 'ਚ ਜਿਹੜਾ ਇੱਕ ਹਾਦਸਾ ਵਾਪਰਿਆ, ਆਕਸੀਜਨ ਦੀ ਕਮੀ ਕਰਕੇ ਉਸ ਨੂੰ ਲੈ ਕੇ ਸਰਕਾਰ ਬੁਰੀ ਤਰ੍ਹਾਂ ਫਸ ਚੁੱਕੀ ਹੈ, ਕੇਂਦਰ ਸਰਕਾਰ ਜਾਂ ਉੱਥੋਂ ਦੀ ਸਰਕਾਰ, ਕਿਉਂਕਿ ਸਵਾਲ ਜਿਹੜੇ ਨੇ ਸਰਕਾਰਾਂ ਤੇ ਉੱਠਣੇ ਲਾਜ਼ਮੀ ਨੇ। ਸੈਂਕੜੇ ਲੋਕਾਂ ਦੀ ਮੌਤ ਜਿਹੜੀ ਹੈ ਅੱਜ ਦੇਸ਼ ਭਰ ਦੇ ਵਿੱਚ ਹੋ ਰਹੀ ਹੈ, ਆਕਸੀਜਨ ਦੀ ਕਮੀ ਦੇ ਕਰਕੇ ਵੀ ਹੋ ਰਹੀ ਹੈ ਜਾਂ ਹੋਰ ਜਿਹੜੀਆਂ ਸਾਡੇ ਸਿਹਤ ਸਹੂਲਤਾਂ ਨੇ ਉਹਨਾਂ ਦੀ ਘਾਟ ਦੇ ਕਰਕੇ ਹੋ ਰਹੀ ਹੈ। ਨਾਸਿਕ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਉਹਨੂੰ ਜੇ ਦੇਖਿਆ ਜਾਵੇ ਤਾਂ ਉੱਥੇ ਹਾਦਸੇ ਦੇ ਦੌਰਾਨ ਲੋਕ ਜਿਹੜੇ ਨੇ ਹਸਪਤਾਲ ਵਿੱਚ ਬੈੱਡਾਂ ਤੇ ਬੈਠੇ, ਹਸਪਤਾਲ ਦੇ ਜਿਹੜੇ ਬਿਸਤਰਿਆਂ ਦੇ ਉੱਤੇ ਬੈਠੇ ਆਪਣੀ ਆਕਸੀਜਨ ਦੇ ਨਾਲ, ਜਿੱਥੇ 2-4 ਹੋ ਰਹੇ ਸੀ ਤਾਂ ਉੱਥੇ ਆਕਸੀਜਨ ਲੀਕ ਹੋਈ, ਆਕਸੀਜਨ ਦੀ ਕਮੀ ਹੋਈ ਤਾਂ ਇੱਕੋ ਵਾਰ ਦੇ ਵਿੱਚ ਤਕਰੀਬਨ 20 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਹਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਆਖਿਰਕਾਰ ਅਸੀਂ ਮੰਗਿਆ ਕੀ, ਸਰਕਾਰਾਂ ਤੋਂ ਹੁਣ ਤੱਕ ਕੀ ਮੰਗਿਆ। ਸਾਡੀਆਂ ਲੋੜਾਂ ਜਿਹੜੀਆਂ ਨੇ ਉਹ ਸਿਹਤ ਸਹੂਲਤਾਂ ਜਾਂ ਸਿੱਖਿਆ ਨੂੰ ਲੈ ਕੇ ਸੀਗੀਆਂ, ਅਸੀਂ ਸਿਰਫ ਬੁੱਤਾਂ ਤੱਕ ਸੀਮਤ ਰਹਿ ਗਏ, ਅਸੀਂ ਸਿਰਫ ਧਾਰਮਿਕ ਅਦਾਰਿਆਂ ਤੱਕ, ਉੱਥੋਂ ਦੀ ਸਿਆਸਤ ਤੱਕ ਸੀਮਤ ਰਹਿ ਗਏ, ਧਰਮ ਆਧਾਰਿਤ ਜਿਹੜੀ ਸਿਆਸਤ ਹੋਈ। ਇਹ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਦੂਜੇ ਪਾਸੇ ਕਿਸਾਨ ਵੀ ਦਿੱਲੀ ਦੇ ਵੱਲ ਕੂਚ ਕਰ ਰਹੇ ਨੇ, ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਸਰਕਾਰ ਦੇ ਨਾਲ ਨਜਿੱਠਣ ਦੇ ਲਈ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਪੰਜਾਬੀ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਸੁਖਵਿੰਦਰ ਜੀ, ਧੰਨਵਾਦ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ, ਸਭ ਤੋਂ ਪਹਿਲਾਂ ਉਸ ਭਾਜਪਾ ਆਗੂ ਦੇ ਬਾਰੇ ਥੋੜਾ ਉਸਦੇ ਪਿਛੋਕੜ ਬਾਰੇ ਦੱਸੋ ਤੇ ਉਹਦੇ ਭਾਜਪਾ ਦੇ ਉੱਤੇ ਅਸਰ ਬਾਰੇ ਦੱਸੋ ਕਿ ਜਦੋਂ ਅਸਤੀਫਾ ਦੇ ਕੇ ਉਹ ਕਿਸਾਨਾਂ ਦੇ ਨਾਲ ਆ ਕੇ ਖੜ ਚੁੱਕੇ ਨੇ, ਵੱਡੇ ਤੇ ਦਿੱਗਜ ਆਗੂ ਦੀ ਗੱਲ ਹੈ। ਸੁਖਵਿੰਦਰ ਜੀ, ਜਿੱਥੋਂ ਤੱਕ ਇਸ ਵੇਲੇ ਭਾਜਪਾ ਦੀ ਪੋਜੀਸ਼ਨ ਹੈ, ਆਪਾਂ ਨੂੰ ਲੱਗਦਾ ਕਿ ਸ਼ਾਇਦ ਕਿਸਾਨ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਹੋ ਕੁਝ ਨਹੀਂ ਰਿਹਾ, ਸਰਕਾਰ ਜਿਹੜੀ ਹੈਗੀ ਹੈ ਗੱਲਬਾਤ ਤੇ ਨਹੀਂ ਆ ਰਹੀ, ਮੋਦੀ ਸਾਹਿਬ ਕਿਸੇ ਹੋਰ ਭੰਬਲ ਭੂਸੇ 'ਚ ਪਾ ਕੇ ਲੋਕਾਂ ਨੂੰ ਮਤਲਬ ਆਪਣੇ ਰਾਜ ਸੱਤਾ ਕਾਇਮ ਕਰ ਰਹੇ ਨੇ। ਇਸ ਤੋਂ ਪਹਿਲਾਂ 5 ਸੂਬਿਆਂ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਸੀਗੀਆਂ ਔਰ ਸਾਰੇ ਲੋਕ ਉਧਰ ਬਿਜ਼ੀ ਸੀਗੇ। ਆਪਾਂ ਨੂੰ ਪਤਾ ਉਹ ਸਾਰਾ ਸਿਲਸਿਲਾ ਚੱਲਦਾ ਰਿਹਾ, ਪਰ ਅੰਦਰ ਖਾਤੇ ਜੇ ਦੇਖੋਗੇ ਤੁਸੀਂ ਤਾਂ ਇਹਦਾ ਪ੍ਰਭਾਵ, ਬਹੁਤ ਗਹਿਰਾ ਪ੍ਰਭਾਵ ਪੈ ਰਿਹਾ ਹੈ। ਹੁਣ ਵੀ ਪੈ ਰਿਹਾ, ਪਹਿਲਾਂ ਵੀ ਪਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਸੰਘਰਸ਼ ਦਾ ਜਿਹੜਾ ਅਸਰ ਹੈ ਉਹ ਤੁਸੀਂ ਦੇਖੋਗੇ ਕਿ ਲਗਾਤਾਰ ਵਧੇਗਾ। ਇਹਦਾ ਹੁਣ ਜਿਹੜਾ ਹੁਣ ਲੇਟੈਸਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਹਰਿਆਣੇ ਦੇ ਵਿੱਚ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਸ ਵੇਲੇ ਸਭ ਤੋਂ ਕਮਜ਼ੋਰ ਘੜੀ ਹਰਿਆਣੇ ਦੀ ਸਰਕਾਰ ਹੈ। ਜੇ ਹਿੰਦੁਸਤਾਨ ਦੇ ਵਿੱਚ ਹਰਿਆਣੇ ਦੀ ਸਰਕਾਰ ਬੀਜੇਪੀ ਔਰ ਜੇਜੇਪੀ ਜੋ ਮਿਲ ਕੇ ਬਣੀ ਹੋਈ ਹੈ, ਜੇ ਉਹ ਗਿਰਦੀ ਹੈ ਤਾਂ ਸਭ ਤੋਂ ਵੱਡਾ ਝਟਕਾ ਬੀਜੇਪੀ ਨੂੰ ਹਰਿਆਣੇ ਦੇ ਵਿੱਚ ਸਭ ਤੋਂ ਪਹਿਲਾਂ ਲੱਗੇਗਾ। ਸੋ ਇਹ ਉਮੀਦ ਬੱਝੀ ਹੈ। ਇਸ ਵੱਡਾ ਲੀਡਰ ਹੈ ਪਵਨ ਬੈਨੀਵਾਲ, ਜਿਹੜੇ ਕਿ ਲਗਾਤਾਰ, ਜਿਵੇਂ ਤੁਸੀਂ ਵੀ ਕਿਹਾ ਕਿ 2 ਵਾਰ ਉਹ ਬੀਜੇਪੀ ਤੋਂ ਦੀ ਟਿਕਟ ਤੋਂ ਚੋਣ ਲੜ ਚੁੱਕੇ ਨੇ ਔਰ ਹਾਰੇ ਨੇ। ਔਰ ਬੇਸ਼ੱਕ ਉਹ ਹਾਰੇ ਨੇ, ਪਰ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਵੱਡੇ ਪੱਧਰ ਦੇ ਉੱਤੇ ਹਰਿਆਣੇ ਦੇ ਵਿੱਚ ਉਹ ਜਿੱਤੀ ਹੈ ਔਰ ਪਿਛਲੇ ਵਾਰੀ ਵੀ ਉਹ ਸੈਕਿੰਡ ਵਾਰੀ ਹੈ ਉਹਨਾਂ ਦੀ। ਇਸ ਤੋਂ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ 5 ਸਾਲ ਉਹਨਾਂ ਨੇ ਪੂਰੇ ਕੀਤੇ ਨੇ ਬੀਜੇਪੀ ਨੇ ਔਰ ਉੱਥੇ ਲਗਾਤਾਰ ਉਹਦੀ ਸੱਤਾ ਬਣੀ ਹੋਈ ਹੈ। ਪਰ ਜਿਹੜੀਆਂ ਹੁਣ ਵਿਕਟਾਂ ਗਿਰਨੀਆਂ ਸ਼ੁਰੂ ਹੋਈਆਂ ਨੇ ਬੀਜੇਪੀ ਦੀਆਂ, ਇਹ ਸ਼ੁਰੂਆਤ ਹੈ ਹਜੇ। ਮੈਂ ਨਹੀਂ ਕਹਿੰਦਾ ਕਿ ਇਹਦੇ ਨਾਲ ਕੋਈ ਹਜੇ ਬਹੁਤ ਵੱਡਾ ਝਟਕਾ ਲੱਗੇਗਾ, ਪਰ ਇੱਕ ਸ਼ੁਰੂਆਤ, ਜਦੋਂ ਤੁਸੀਂ ਇੱਕ ਇੱਟ ਤੁਹਾਡੀ ਨਿਕਲਣੀ ਸ਼ੁਰੂ ਹੋ ਜਾਏ ਨਾ ਕਿਸੇ ਇਮਾਰਤ ਦੇ ਵਿੱਚੋਂ, ਤਾਂ ਉਹ ਇੱਟਾਂ ਜਿਹੜੀਆਂ ਦੇ ਨਾਲ ਹੌਲੀ ਹੌਲੀ ਖੁਰਨਾ ਸ਼ੁਰੂ ਹੋ ਜਾਂਦਾ, ਡਿੱਗਣਾ ਸ਼ੁਰੂ ਹੋ ਜਾਂਦਾ ਮਕਾਨ। ਸੋ ਹੁਣ ਇੱਕ ਸ਼ੁਰੂਆਤ ਹੋ ਗਈ ਬੀਜੇਪੀ ਵੱਲੋਂ, ਬੀਜੇਪੀ ਵਾਲਿਆਂ ਦੇ, ਮਤਲਬ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਕਿਸਾਨ, ਖਾਸ ਤੌਰ ਤੇ ਚੜੂਨੀ ਸਾਹਿਬ ਜਿਹੜੇ ਨੇ, ਉਹ ਪ੍ਰੈਸ਼ਰ ਬਣਾ ਰਹੇ ਨੇ ਲਗਾਤਾਰ, ਚਾਹੇ ਉਹ ਜੇਜੇਪੀ ਦੇ ਉੱਤੇ ਹੋਵੇ ਚਾਹੇ ਬੀਜੇਪੀ ਦੇ ਉੱਤੇ ਹੋਵੇ, ਲਗਾਤਾਰ ਕਹਿ ਰਹੇ ਨੇ ਕਿ ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਨੂੰ ਤੁਸੀਂ ਜਿਹੜਾ ਹੈਗਾ ਘੇਰੋ। ਔਰ ਆਪਾਂ ਨੂੰ ਇਹ ਵੀ ਪਤਾ ਹੈ ਕਿ ਬੀਜੇਪੀ ਦੇ ਚਾਹੇ ਮੁੱਖ ਮੰਤਰੀ ਹੋਣ, ਉਪ ਮੁੱਖ ਮੰਤਰੀ ਹੋਣ ਜਾਂ ਮੰਤਰੀ ਹੋਣ ਜਾਂ ਇੱਥੋਂ ਤੱਕ ਕਿ MLA ਸਾਹਿਬਾਨ ਹੋਣ, ਬੀਜੇਪੀ ਦੇ ਹੋਣ ਜਾਂ ਜੇਜੇਪੀ ਦੇ, ਲੋਕਾਂ ਨੇ ਲਗਾਤਾਰ ਉਹਨਾਂ ਨੂੰ ਘੇਰਿਆ ਵੀ ਹੈ
ਔਰ ਆਪਣੇ ਘਰਾਂ ਦੇ ਵਿੱਚ ਵੀ ਬੰਦ ਕੀਤਾ, ਦਫ਼ਤਰਾਂ ਦੇ ਵਿੱਚ ਵੀ ਬੰਦ ਕਰਕੇ ਰੱਖਿਆ ਹੈ। ਬਹੁਤ ਜ਼ਿਆਦਾ ਪ੍ਰੈਸ਼ਰ ਬੀਜੇਪੀ ਦੇ ਉੱਤੇ ਸੀਗਾ। ਬੈਨੀਵਾਲ ਹੁਣਾਂ ਨੇ ਅਸਤੀਫਾ ਦਿੱਤਾ, ਇਹਦੇ ਸਿਆਸੀ ਮਾਇਨੇ ਵੀ ਬੜੇ ਨਿਕਲ ਰਹੇ ਨੇ, ਕਿਉਂਕਿ ਉਹ ਜਿਹੜੀ ਸੀਟ ਹੈ ਐਲਨਾਬਾਦ ਸੀਟ, ਅਸਤੀਫਾ ਜਿਹੜੇ ਸਿਟਿੰਗ ਐਮਐਲਏ ਸੀ ਉਹ ਦੇ ਚੁੱਕੇ, ਤੇ ਹੁਣ ਉਹ ਸੀਟ ਕਿਤੇ ਖਾਲੀ ਹੈ। ਕਿਤੇ ਇਹ ਤਾਂ ਨਹੀਂ ਕਿ ਕਿਸਾਨਾਂ ਦੇ ਨਾਮ ਤੇ ਸਿਆਸਤ ਜਿਹੜਾ ਉਹ ਆਪਣੀ ਉਭਾਰਨ ਦੀ ਕੋਸ਼ਿਸ਼ ਹੈ ਕਿ ਬੀਜੇਪੀ ਨੂੰ ਛੱਡ ਕੇ ਪਵਨ ਬੈਨੀਵਾਲ ਜੇ ਆਜ਼ਾਦ ਵੀ ਲੜਦੇ ਨੇ, ਜਾਂ ਫਿਰ ਕਹਿੰਦੇ ਸ਼ਾਇਦ ਹੋ ਸਕਦਾ ਕਿ ਕਾਂਗਰਸ ਦੇ ਪਾਲੇ ਵਿੱਚ ਚਲੇ ਜਾਂਦੇ ਨੇ, ਤੇ ਜੇ ਲੜਦੇ ਨੇ ਤਾਂ ਗੱਲ ਤਾਂ ਉਹੀ ਆ ਗਈ ਕਿ ਆਪਣੀ ਸਿਆਸੀ ਮੁਫਾਦਾਂ ਦੇ ਲਈ ਕਿਤੇ ਨਾ ਕਿਤੇ ਕਦਮ ਚੁੱਕਿਆ ਆ। ਸੁਖਵਿੰਦਰ ਜੀ ਦੇਖੋ, ਜਿਹੜੀ ਅਗਲੀ ਸਿਆਸਤ ਹੋਏਗੀ ਨਾ, ਚਾਹੇ ਉਹ ਪੰਜਾਬ ਦੀ ਹੋਏਗੀ, ਚਾਹੇ ਉਹ ਹਰਿਆਣੇ ਦੀ ਹੋਏਗੀ, ਚਾਹੇ ਯੂਪੀ ਦੀ ਹੋਏਗੀ, ਚਾਹੇ ਉੱਤਰਾਖੰਡ ਦੀ ਹੋਏਗੀ, ਜਿਹੜੀ ਹੁਣ ਆਉਣ ਵਾਲੀ ਸਿਆਸਤ ਹੋਏਗੀ, ਚਾਹੇ ਕੋਈ ਵੀ ਚੋਣਾਂ ਹੋਣ, ਉਹ ਸਾਰੀ ਦੀ ਸਾਰੀ ਕਿਸਾਨਾਂ ਤੇ ਹੀ ਘੁੰਮੇਗੀ। ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਹੋਣਗੀਆਂ, ਉਹਨਾਂ ਦਾ ਮੁੱਦਾ ਕਿਸਾਨੀ ਸੰਘਰਸ਼ੀ ਹੋਣਗੇ ਜਾਂ ਕਿਸਾਨੀ ਹੋਏਗੀ, ਸੈਂਟਰਲਾਈਜ਼ ਕਿਸਾਨੀ ਹੋਏਗੀ। ਸੋ ਇਸ ਕਰਕੇ ਜਿਹੜੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅਭੈ ਚੌਟਾਲਾ ਹੋਰੀ ਜਿਹੜੇ ਨੇ ਇੱਥੋਂ ਅਸਤੀਫਾ ਦੇ ਚੁੱਕੇ ਨੇ, ਔਰ ਸੀਟ ਜਿਹੜੀ ਹੈਗੀ ਖਾਲੀ ਹੋ ਚੁੱਕੀ ਹੈ। ਆਉਣ ਵਾਲੇ ਛੇਤੀ ਜਿਹੜੀ ਹੈਗੀਆਂ ਨੇ ਸਮੇਂ ਦੇ ਵਿੱਚ ਇਹ ਚੋਣਾਂ ਹੋਣੀਆਂ ਨੇ। ਸੋ ਅਗਲੀ ਜਿਹੜੀ ਇੱਥੇ ਮੁੱਦੇ ਜਿਹੜੇ ਰਹਿਣਗੇ, ਉਹ ਕਿਸਾਨੀ ਦੇ ਹੀ ਮੁੱਦੇ ਰਹਿਣਗੇ, ਚਾਹੇ ਉਹ ਹੁਣ ਐਤਕੀ ਚੋਣਾਂ ਹੋਣ, ਚਾਹੇ ਬਾਅਦ ਵਾਲੀਆਂ। ਹੋਰ ਵੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੀਆਂ ਵਿਕਟਾਂ ਬੀਜੇਪੀ ਔਰ ਜੇਜੇਪੀ ਦੀਆਂ ਗਿਰਨ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਬੇਸ਼ੱਕ ਆਪਾਂ ਨੂੰ ਪਤਾ ਹੈ ਕਿ ਉਹ ਪੈਸੇ ਦੇ ਨਾਲ ਜਾਂ ਉਹਨਾਂ ਦਾ ਜਿਹੜਾ ਸੰਗਠਨਾਤਮਕ ਢਾਂਚਾ ਹੈ ਉਹਦੇ ਕਰਕੇ ਕਿਤੇ ਨਾ ਕਿਤੇ ਬਚੇ ਹੋਏ ਨੇ ਉਹ, ਪਰ ਛੇਤੀ ਉਹ ਢਾਂਚਾ ਜਿਹੜਾ ਹੈਗਾ ਗਿਰਨਾ ਸ਼ੁਰੂ ਹੋ ਜਾਏਗਾ, ਔਰ ਜੇਜੇਪੀ ਜਿਹੜੀ ਹੈਗੀ ਆ ਜਲਦੀ ਹੀ ਉਹ ਐਕਸਪੋਜ਼ ਹੋ ਜਾਏਗੀ ਉੱਥੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਮੁੱਦੇ ਹਰਿਆਣੇ ਦੀ ਸਿਆਸਤ ਦੇ ਵਿੱਚ, ਹਰਿਆਣੇ ਦੀਆਂ ਇਲੈਕਸ਼ਨਾਂ ਦੇ ਵਿੱਚ ਛਾਉਣਗੇ। ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੇਸ਼ੱਕ ਪਵਨ ਬੈਨੀਵਾਲ ਜੀ ਕਿਸਾਨੀ ਮੁੱਦੇ ਤੇ ਉੱਤੇ ਚੋਣ ਲੜਨਗੇ, ਆਪਾਂ ਨੂੰ ਪਤਾ ਹੈ ਕਿ ਕੋਈ ਮੁੱਦਾ ਹੀ ਇਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਕਾਂਗਰਸ ਦੇ ਵਿੱਚ ਵੀ ਜਾ ਸਕਦੇ ਨੇ। ਜਿਵੇਂ ਤੁਸੀਂ ਵੀ ਕਿਹਾ ਕਿ ਉਹਨਾਂ ਨੇ ਇਹੀ ਕਿਹਾ ਕਿ ਮੈਂ ਇੱਕ ਨੈਸ਼ਨਲ ਪਾਰਟੀ ਛੱਡੀ ਹੈ ਔਰ ਨੈਸ਼ਨਲ ਪਾਰਟੀ ਦੇ ਵਿੱਚ ਹੀ ਸ਼ਾਮਲ ਹੋਵਾਂਗਾ। ਆਪਾਂ ਨੂੰ ਪਤਾ ਹੈ ਕਿ ਕਾਂਗਰਸ ਬੜੀ ਦੇਰ ਤੋਂ ਹਰਿਆਣੇ ਦੇ ਵਿੱਚ ਕੋਸ਼ਿਸ਼ ਕਰ ਰਹੀ ਹੈ ਕਿ ਬੀਜੇਪੀ ਔਰ ਜੇਜੇਪੀ ਦੀ ਸਰਕਾਰ ਗਿਰੇ ਔਰ ਅਸੀਂ ਉਹ ਸੱਤਾ ਚਾਹੀਏ ਜਾਂ ਦੁਬਾਰਾ ਚੋਣਾਂ ਹੋਣ। ਸੋ ਇਦਾਂ ਦੀਆਂ ਸੰਭਾਵਨਾਵਾਂ ਕਿਤੇ ਨਾ ਕਿਤੇ ਲੋਕਾਂ ਦੇ ਆਪਸ ਜੋ ਗੱਲਬਾਤ ਹੋ ਰਹੀ ਹੈ ਲੋਕਾਂ ਦੇ ਵਿੱਚ, ਉਹਦੇ ਵਿੱਚ ਸੰਭਾਵਨਾਵਾਂ ਉੱਭਰਨ ਦੀਆਂ ਨੇ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਕਿਸਾਨੀ ਸੰਘਰਸ਼ਾਂ ਦੇ ਰਾਹੀਂ ਔਰ ਕਿਸਾਨੀ ਮੁੱਦਿਆਂ ਦੇ ਰਾਹੀਂ ਜਿਹੜੀ ਹੈਗੀਆਂ ਚੋਣਾਂ ਲੜੀਆਂ ਜਾਣਗੀਆਂ। ਇਹਦੇ ਵਿੱਚ ਉਹ ਜਿੱਤਦੇ ਨੇ ਜਾਂ ਹਾਰਦੇ ਨੇ ਇੱਕ ਵੱਖਰੀ ਗੱਲ ਹੈ, ਪਰ ਕਿਸਾਨੀ ਮੁੱਦਾ ਜਿਹੜਾ ਹੈਗਾ ਚੋਣਾਂ ਦੇ ਵਿੱਚ ਰਹਿਣਾ ਹੀ ਰਹਿਣਾ ਹੈ। ਸੋ ਇਸ ਕਰਕੇ ਬੀਜੇਪੀ ਲਈ ਆਉਣ ਵਾਲੇ ਦਿਨ ਕਾਫੀ ਜਿਹੜੇ ਨੇ ਸੰਕਟ ਦੇ ਦਿਨ ਕਹੇ ਜਾ ਸਕਦੇ ਨੇ, ਜੇਜੇਪੀ ਲਈ ਵੀ ਔਰ ਬੀਜੇਪੀ ਦੀ ਦੋਨਾਂ ਦੇ ਲਈ। ਹੁਣ ਕਿਉਂਕਿ ਇੱਕ ਆਗਾਜ਼ ਹੋ ਚੁੱਕਿਆ ਹੈ, ਸ਼ੁਰੂਆਤ ਹੋ ਚੁੱਕੀ ਹੈ। ਸੋ ਆਉਣ ਵਾਲਾ ਸਮਾਂ ਹਰਿਆਣੇ ਦੀ ਜਿਹੜੀ ਬੀਜੇਪੀ ਔਰ ਜੇਜੇਪੀ ਦੇ ਵੱਲੋਂ ਬੜੀ ਸਰਕਾਰ ਹੈ, ਇਹ ਡਿੱਗਣ ਦੀਆਂ ਸੰਭਾਵਨਾਵਾਂ ਜ਼ਿਆਦਾ ਵੱਧ ਗਈਆਂ ਨੇ। ਪਰ ਇਸ ਸਭ ਦੇ ਵਿਚਾਲੇ ਕਿਸਾਨਾਂ ਨੂੰ ਵੀ ਥੋੜਾ ਸੁਚੇਤ, ਥੋੜਾ ਸਿਆਸੀ ਤੌਰ ਦੇ ਉੱਤੇ ਸਮਝਣ ਦੀ ਜ਼ਰੂਰਤ ਹੈ ਕਿ ਜੇ ਕੋਈ ਤੁਹਾਡੇ ਮੁੱਦਿਆਂ ਦੇ ਉੱਤੇ ਸਿਆਸਤ ਕਰ ਰਿਹਾ, ਜਿਸ ਤਰੀਕੇ ਦੇ ਨਾਲ ਆਪਣੀ ਸਿਆਸਤ ਉਭਾਰਨ ਦੀ ਕੋਸ਼ਿਸ਼ ਕਰ ਰਿਹਾ, ਉਸ ਨੂੰ ਵੀ ਸਮਝਣਾ ਚਾਹੀਦਾ ਹੈ। ਜੇ ਅੱਜ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤੇ ਉੱਥੋਂ ਫਿਰ ਗੱਲ ਉਹੀ ਹੈ ਕਿ ਕਿਸਾਨਾਂ ਦੀ ਵੋਟ ਲੈ ਕੇ ਤੁਸੀਂ ਅੱਗੇ ਜਾਣਾ, ਤਾਂ ਕਿਸਾਨ ਸੋਚ ਸਮਝ ਕੇ ਆਪਣੀ ਵੋਟ ਨੂੰ ਇਸਤੇਮਾਲ ਕਰਨ, ਆਪਣੀ ਵੋਟ ਸੋਚਣ ਕਿ ਤੁਹਾਡਾ ਉਮੀਦਵਾਰ ਕਿਹੜਾ ਜਿਹੜਾ ਤੁਹਾਡੀ ਸਾਰ ਲੈ। ਨਹੀਂ ਤਾਂ ਅੱਜ ਦੇ ਵਾਂਗੂ ਜਿਸ ਤਰ੍ਹਾਂ ਕਿਸਾਨ ਵਿਚਾਰੇ ਕਦੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਕਈ ਪੰਜਾਬ 'ਚ ਬੈਠੇ ਨੇ, ਹਰਿਆਣੇ, ਯੂਪੀ, ਪੂਰੇ ਦੇਸ਼ ਵਿੱਚ ਜਿਹੜੇ ਕਿਸਾਨ ਉਹ ਮਾਰੇ ਫਿਰ ਰਹੇ ਨੇ, ਪਰ ਲੀਡਰਾਂ ਤੋਂ ਕੋਈ ਆਸ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਡਾਕਟਰ ਸਾਹਿਬ, ਜਦੋਂ ਆਪਾਂ ਇਸ ਸਭ ਦੇ ਵਿਚਾਲੇ ਦਿੱਲੀ ਕੂਚ ਦੇ ਐਲਾਨ ਨੂੰ ਦੇਖਦੇ ਹਾਂ, ਕਿਸਾਨ ਜਿਹੜੇ ਦਿੱਲੀ ਵੱਲ ਨੂੰ ਪੰਜਾਬ ਤੋਂ ਵਹੀਰਾਂ ਘੱਤ ਕੇ ਜਾਂ ਦੇਸ਼ ਭਰ ਤੋਂ ਜਿੱਥੋਂ ਵੀ ਵਹੀਰਾਂ ਘੱਤ ਕੇ ਪਹੁੰਚ ਰਹੇ ਨੇ ਦਿੱਲੀ ਦੇ ਵਿੱਚ, ਉਧਰ ਕਰੋਨਾ ਨੂੰ ਲੈ ਕੇ ਸਰਕਾਰ ਨੂੰ ਖਤਰਾ ਬਣਿਆ ਹੋਇਆ, ਇਹਨੂੰ ਕਿੱਦਾਂ ਦੇਖਦੇ ਹੋ ਕਿ ਸਰਕਾਰ ਦੇ ਕਰੋਨਾ ਨਿਯਮਾਂ ਦੇ ਬਾਵਜੂਦ ਵੀ ਕਿਸਾਨ ਜਿਹੜੇ ਨੇ ਉਹ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ? ਜੀ ਸੁਖਵਿੰਦਰ ਜੀ, ਦੇਖੋ ਇਸ ਵੇਲੇ ਜਿਹੜੀ ਕਿਸਾਨੀ ਦੀ ਪੋਜੀਸ਼ਨ ਹੈ ਨਾ, ਉਹ ਇਹ ਹੈ ਕਿ ਕਰੋਨਾ ਨਾਲੋਂ ਵੀ ਖਤਰਨਾਕ ਇਹ ਕਾਲੇ ਖੇਤੀ ਕਾਨੂੰਨ ਨੇ। ਕਰੋਨਾ ਨਾਲ ਤਾਂ ਹੋ ਸਕਦਾ ਕਿ 100 200 ਬੰਦਾ, 1000 ਬੰਦਾ ਮਰ ਜਾਏਗਾ, ਪਰ ਕਿਸਾਨਾਂ ਨੂੰ ਇਹ ਲੱਗ ਰਿਹਾ ਹੈ ਕਿ ਜੇ ਇਹ ਖੇਤੀ ਕਾਨੂੰਨ ਲਾਗੂ ਹੋ ਗਏ ਜਾਂ ਜਿਵੇਂ ਉਹ ਹੋ ਰਹੇ ਨੇ, ਤਾਂ ਇਹਦੇ ਨਾਲ ਸਾਰੀ ਦੀ ਕਿਸਾਨੀ ਖਤਮ ਹੋ ਜਾਏਗੀ। ਸੋ ਇਸ ਕਰਕੇ ਕਰੋਨਾ ਨਾਲੋਂ ਵੀ ਖਤਰਨਾਕ ਇਹ ਖੇਤੀ ਕਾਨੂੰਨ ਨੇ, ਜਿਨ੍ਹਾਂ ਕਰਕੇ ਕਿਸਾਨ ਅੱਜ, ਚਾਹੇ ਉਹ ਪੰਜਾਬ ਦਾ ਹੋਵੇ, ਹਰਿਆਣੇ ਦਾ ਹੋਵੇ, ਯੂਪੀ ਦਾ ਹੋਵੇ ਜਾਂ ਹੋਰ ਕੋਈ ਜਿਹੜੀਆਂ ਵੱਖ-ਵੱਖ ਸਟੇਟਾਂ ਦਾ ਹੋਵੇ, ਉਹਨੂੰ ਲੱਗਦਾ ਹੈ ਕਿ ਕਰੋਨਾ ਨਾਲ ਤਾਂ ਹੋ ਸਕਦਾ ਅਸੀਂ ਬਚ ਜਾਈਏ, ਮਰੀਏ ਨਾ, ਜਾਂ ਮਾੜਾ ਮੋਟਾ ਸਾਡਾ ਥੋੜਾ ਨੁਕਸਾਨ ਹੋ ਜੇ ਸਿਹਤ ਦਾ, ਪਰ ਜਿਹੜਾ ਅਖੀਰ ਨੂੰ ਕਰੋਨਾ ਇਹਦਾ ਖੇਤੀ
ਕਦੇ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਹੋਣਾ ਹੈ, ਉਹਨੇ ਤਾਂ ਬਿਲਕੁਲ ਹੀ ਸਤਿਆਨਾਸ਼ ਜਿਹੜਾ ਹੈਗਾ ਕਿਸਾਨੀ ਦਾ ਕਰ ਦੇਣਾ ਹੈ, ਜਿਵੇਂ ਕਿਸਾਨੀ ਬਾਰ-ਬਾਰ ਕਹਿ ਰਹੀ ਹੈ। ਸੋ ਇਸ ਕਰਕੇ ਕਿਸਾਨ ਇਹ ਵੱਡੇ ਫੈਸਲੇ ਲੈ ਰਹੇ ਨੇ, ਚਾਹੇ ਕੁਝ ਵੀ ਹੋ ਜੇ, ਮਹਾਮਾਰੀ ਫੈਲੇ ਨਾ ਫੈਲੇ, ਠੀਕ ਹੈ ਨਾ। ਇਹ ਇੱਕ ਛੜਯੰਤਰ ਵੀ ਹੋ ਸਕਦਾ ਹੈ, ਉਹ ਲਗਾਤਾਰ ਇਹੀ ਗੱਲਾਂ ਕਹਿ ਰਹੇ ਨੇ, ਔਰ ਕਲੀਨ ਜਿਹੜਾ ਹੈਗਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਪੈਰਲਲ ਜਿਹੜਾ ਹੈਗਾ ਇੱਕ ਸੰਘਰਸ਼ ਦਾ ਜਿਹੜਾ ਬਿਗਲ ਵਜਾਇਆ ਜਾ ਰਿਹਾ, ਇਹ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਦਿਲ ਦੀ ਆਵਾਜ਼ ਹੈ। ਔਰ ਕਿਸਾਨ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਰੀੜ੍ਹ ਦੀ ਹੱਡੀ ਹੈ ਸਾਡੀ ਇਕੋਨਮੀ ਦੀ, ਸਾਡੇ ਦੇਸ਼ ਦੀ ਔਰ ਪੂਰੀ ਦੁਨੀਆ ਦੀ, ਸਾਡਾ ਅੰਨਦਾਤਾ ਹੈ। ਸੋ ਜੇ ਅੰਨਦਾਤੇ ਦੀ ਆਵਾਜ਼ ਨਹੀਂ ਸੁਣੀ ਜਾਏਗੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਮੋਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੇ ਉਹ ਇੱਕ ਪਾਸੇ ਇਹ ਕਹਿ ਰਹੀ ਹੈ ਕਿ ਕਰੋਨਾ ਕਰਕੇ ਬੜਾ ਵੱਡਾ ਸੰਕਟ ਹੈ, ਤਾਂ ਕਿਉਂ ਨਹੀਂ ਉਹਨਾਂ ਦੀ ਆਵਾਜ਼ ਸੁਣੀ ਜਾ ਰਹੀ। ਇਸ ਤੋਂ ਪਹਿਲਾਂ ਲਗਭਗ ਮੈਨੂੰ ਲੱਗਦਾ ਕਿ 500 ਦੇ ਕਰੀਬ ਸਾਡੇ ਕਿਸਾਨ ਸ਼ਹੀਦ ਹੋ ਚੁੱਕੇ ਨੇ, ਉੱਥੇ ਮਰ ਚੁੱਕੇ ਨੇ ਵਿਚਾਰੇ, ਨੌਜਵਾਨ ਮਰ ਚੁੱਕੇ ਨੇ। ਜੇ ਏਦਾਂ ਉਹ ਮਨੁੱਖਤਾ ਦੇ ਪ੍ਰਤੀ ਇੰਨੀ ਸੰਵੇਦਨਸ਼ੀਲ ਹੈ ਮੋਦੀ ਸਰਕਾਰ, ਔਰ ਲੋਕਾਂ ਨੂੰ ਮਰਨ ਤੋਂ ਬਚਾਉਣਾ ਚਾਹੁੰਦੀ ਹੈ, ਤਾਂ ਲਾਜ਼ਮੀ ਤੌਰ ਤੇ ਗੱਲਬਾਤ ਦੇ ਲਈ ਸੱਦਾ ਦੇਣਾ ਚਾਹੀਦਾ ਉਹਨਾਂ ਨੂੰ। ਸੋ ਇਸ ਕਰਕੇ ਜਿਹੜੀ ਮੋਦੀ ਸਰਕਾਰ ਹੈ, ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਵੀ ਬਣਾ ਰਹੀ ਹੈ ਕਿ ਸ਼ਾਇਦ ਜਿਵੇਂ ਤੁਸੀਂ ਹਰਿਆਣੇ ਦੇ ਨੇਤਾ ਦਾ ਜਾਂ ਹਰਿਆਣੇ ਦੇ ਜਿਹੜੇ ਮੰਤਰੀ ਸਾਹਿਬਾਨ ਦਾ ਤੁਸੀਂ ਬਿਆਨ ਸੁਣੇ ਹੋਣਗੇ, ਔਰ ਉਹ ਲਗਾਤਾਰ ਕਹਿ ਰਹੇ ਨੇ ਕਿ ਆਪਾਂ ਨੂੰ ਇੱਥੋਂ ਟੀਕੇ ਲਵਾਓ ਜਾਂ ਇੱਥੋਂ ਤੁਸੀਂ ਚਲੇ ਜਾਓ, ਬਾਅਦ ਦੇ ਵਿੱਚ ਆ ਜਿਓ। ਸੋ ਇਹ ਲਗਾਤਾਰ ਪ੍ਰੈਸ਼ਰ ਬਣਾਉਣ ਦੀ ਵੀ ਕੋਸ਼ਿਸ਼ ਹੈ। ਪਰ ਕਿਸਾਨ, ਕਿਉਂਕਿ ਕਿਸਾਨ ਜਥੇਬੰਦੀਆਂ ਆਰ ਜਾਂ ਪਾਰ ਦੀ ਲੜਾਈ ਲੜ ਰਹੀਆਂ ਨੇ, ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਉੱਥੋਂ ਵਾਪਸ ਚਲੇ ਜਾਣਗੇ ਜਾਂ ਉੱਥੋਂ ਘਟ ਜਾਣਗੇ ਗਿਣਤੀ। ਸਗੋਂ ਹੌਲੀ ਹੌਲੀ, ਕਿਉਂਕਿ ਹੁਣ ਕਣਕ ਦੀ ਵਾਢੀ ਦਾ ਕੰਮ ਖਤਮ ਹੋਣ ਦੇ ਕਿਨਾਰੇ ਹੈ, ਆਉਣ ਵਾਲੇ ਕੁਝ ਦਿਨਾਂ ਤੋਂ ਬਾਅਦ ਉੱਥੇ ਜਿਹੜਾ ਰਸ਼ ਹੈ ਹੋਰ ਜ਼ਿਆਦਾ ਵਧੇਗਾ ਔਰ ਸੰਘਰਸ਼ ਹੋਰ ਜ਼ਿਆਦਾ ਤੇਜ਼ ਹੋਏਗਾ, ਇਹਦੀਆਂ ਸੰਭਾਵਨਾਵਾਂ ਨੇ। ਸੋ ਇਹ ਬੇਨਤੀ ਸਿਰਫ ਇੱਕੋ ਹੀ ਹੈ ਸਾਨੂੰ ਇਸ ਵੇਲੇ ਕਰਨੀ ਚਾਹੀਦੀ, ਸੁਖਵਿੰਦਰ ਜੀ, ਕਿ ਇਸ ਵੇਲੇ ਟੇਬਲ ਤੇ ਜਿਹੜੀ ਗੱਲਬਾਤ ਹੈ, ਸੰਵਾਦ ਦੀ ਜਿਹੜੀ ਗੱਲਬਾਤ ਹੈ, ਅਗਲੇ ਦੌਰ ਦੀ ਗੱਲਬਾਤ ਹੈ, ਉਹਦੇ ਲਈ ਮੋਦੀ ਸਰਕਾਰ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਕਿਤੇ ਕਿਸੇ ਵੇਲੇ ਉਹ ਕਹਿੰਦੇ ਸੀ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਆ, ਹੁਣ ਉਹ ਗੱਲਬਾਤ ਦਾ ਨਾਂ ਨਹੀਂ ਲੈ ਰਹੇ। ਸੋ ਇਸ ਕਰਕੇ ਲੋਕਾਂ ਨੂੰ ਨਾ ਬੁੱਧੂ ਬਣਾਇਆ ਜਾਏ। ਜੋ ਹਕੀਕਤ ਹੈ ਇਸ ਵੇਲੇ, ਚਾਹੇ ਕਰੋਨਾ ਨੂੰ ਦੇਖਦੇ ਹੋਏ ਜਾਂ ਸਾਡੇ ਕਿਸਾਨਾਂ ਦੀਆਂ ਇੰਨੀਆਂ ਮੌਤਾਂ ਨੂੰ ਦੇਖਦੇ ਹੋਏ, ਮੋਦੀ ਸਰਕਾਰ ਨੂੰ ਗੱਲਬਾਤ ਦੇ ਲਈ ਅੱਗੇ ਆਉਣਾ ਚਾਹੀਦਾ। ਇਹੀ ਸਾਰਿਆਂ ਦੀ ਬੇਨਤੀ ਹੈ ਜੀ। ਚਾਲ ਇੱਕ ਹੋਰ ਜਿਹੜੀ ਵੱਡੀ ਖਬਰ ਚਰਚਾ ਵਿੱਚ ਇਹ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਸੱਦਾ ਦੇ ਦਿੱਤਾ। ਉਹ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਕਿਸੇ ਵੀ ਸਿਆਸੀ ਲੀਡਰ ਨੂੰ ਅਸੀਂ ਵੜਨ ਨਹੀਂ ਦੇਣਾ, ਕਿਉਂਕਿ ਕਿਸਾਨਾਂ ਦੀ ਜਿਹੜੀ ਆਸ ਉਹ ਬਿਲਕੁਲ ਮੁੱਕ ਚੁੱਕੀ ਹੈ ਹੁਣ ਇਹਨਾਂ ਸਿਆਸੀ ਲੀਡਰਾਂ ਦੇ ਕੋਲੋਂ, ਜਿਨ੍ਹਾਂ ਨੇ ਹੁਣ ਤੱਕ ਕਿਸਾਨੀ ਮਸਲਿਆਂ ਦੇ ਉੱਤੇ ਰੋਟੀਆਂ ਸੇਕੀਆਂ, ਆਪਣੀ ਸਿਆਸਤ ਕੀਤੀ, ਵਿਧਾਨ ਸਭਾ ਲੋਕ ਸਭਾ ਤੱਕ ਇਹਨਾਂ ਨੂੰ ਪਹੁੰਚਾਇਆ ਗਿਆ। ਪਰ ਫਿਰ ਵੀ ਇਹਨਾਂ ਨੇ ਅੱਜ ਜਦੋਂ ਕਿਸਾਨਾਂ ਨੂੰ ਲੋੜ ਪਈ ਹੈ ਤਾਂ ਇਹਨਾਂ ਨੂੰ ਆਪਣੀਆਂ ਸਿਰਫ ਕੁਰਸੀਆਂ ਨਜ਼ਰ ਆ ਰਹੀਆਂ ਨੇ। ਇਸ ਲਈ ਵਾਜਬ ਹੈ ਕਿ ਕਿਸਾਨਾਂ ਨੂੰ ਗੁੱਸਾ ਚੜ੍ਹਨਾ ਹੀ ਆ। ਪਰ ਇਸ ਸਭ ਦੇ ਵਿਚਾਲੇ ਅਸੀਂ ਅਗਲੀ ਖਬਰ ਦੀ ਜੇ ਗੱਲ ਕਰਦੇ ਹਾਂ ਡਾਕਟਰ ਸਾਹਿਬ, ਨਾਸਿਕ ਦੇ ਵਿੱਚ ਬੇਹੱਦ ਦਰਦਨਾਕ, ਦਿਲ ਕੰਬਾਊ, ਰੂਹ ਕੰਬਾਊ ਹਾਦਸਾ ਜਿਹੜਾ ਵਾਪਰਿਆ। ਜਿਹੜੀ ਸਿਲੰਡਰ ਜਿਹੜੇ ਨੇ ਉਹ ਮੁੱਕੇ ਨੇ ਆਕਸੀਜਨ ਦੇ, ਹਸਪਤਾਲ ਦੇ ਵਿੱਚ ਉੱਥੇ ਗੈਸ ਲੀਕੇਜ ਹੋਈ ਹੈ, ਉਹਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਹੁਣ ਮੇਰੇ ਹਿਸਾਬ ਨਾਲ ਸਾਨੂੰ ਇਹ ਸੋਚ ਲੈਣਾ ਚਾਹੀਦਾ ਕਿ ਅਸੀਂ ਸਰਕਾਰਾਂ ਤੋਂ ਆਖਿਰਕਾਰ ਜਦੋਂ ਵੋਟ ਪਾਉਂਦੇ ਆ ਤਾਂ ਸਾਡੀ ਜ਼ਮੀਰ ਜਿਹੜੀ ਹੈ ਉਹ ਕੀ ਕਹੇ ਕਿ ਅਸੀਂ ਕਿਸ ਢੰਗ ਦੇ ਨਾਲ ਇਹਨਾਂ ਤੋਂ ਕੰਮ ਲੈਣਾ ਹੈ। ਸਾਨੂੰ ਸਿਹਤ ਚਾਹੀਦੀ ਹੈ, ਸਾਨੂੰ ਸਿਹਤ ਸਹੂਲਤਾਂ ਚਾਹੀਦੀਆਂ, ਸਾਨੂੰ ਸਿੱਖਿਆ ਚਾਹੀਦੀ ਹੈ। ਸਾਨੂੰ ਇਹ ਵੱਡੇ ਵੱਡੇ ਧਰਮ ਪ੍ਰਚਾਰ ਜਾਂ ਵੱਡੇ ਵੱਡੇ ਧਰਮ ਦੇ ਲਾਰੇ ਨਹੀਂ ਚਾਹੀਦੇ। ਸਾਨੂੰ ਉਹ ਮੂਰਤੀਆਂ ਨਹੀਂ ਚਾਹੀਦੀਆਂ ਜਿਨ੍ਹਾਂ ਦੇ ਉੱਤੇ ਅਸੀਂ ਹਜ਼ਾਰਾਂ ਕਰੋੜਾਂ ਰੁਪਇਆ ਜਿਹੜਾ ਉਹ ਖਰਾਬ ਕਰ ਦਿੱਤਾ। ਸਮਝਣਾ ਚਾਹੀਦਾ। ਇਸ ਬਾਰੇ ਤੁਹਾਡਾ ਕੀ ਕਹਿਣਾ ਉਸ ਹਾਦਸੇ ਦੇ ਬਾਰੇ? ਸੁਖਵਿੰਦਰ ਜੀ, ਦੇਖੋ, ਜਿੱਥੋਂ ਤੱਕ ਹਾਦਸੇ ਦੀ ਗੱਲ ਹੈ, 21 ਲੋਕ ਜਿਹੜੇ ਨੇ, ਬੇਕਸੂਰ ਲੋਕ ਬਿਲਕੁਲ ਹੀ, ਔਰ 11 ਉਹਦੇ ਵਿੱਚ ਔਰਤਾਂ ਨੇ ਔਰ 11 ਹੀ ਮਰਦ ਨੇ। ਬਿਲਕੁਲ ਉਹਨਾਂ ਦੀ ਮੌਤ ਹੋਈ ਹੈ ਔਰ ਸਾਨੂੰ ਉਹਦੇ ਤੇ ਪਹਿਲੀ ਗੱਲ ਤਾਂ ਵੱਡਾ ਅਫਸੋਸ ਹੈ। ਔਰ ਅਜ਼ਾਈਂ ਜਿਹੜੇ ਨੇ ਉਹ ਲੋਕ ਚਲੇ ਗਏ ਨੇ, ਉਹਨਾਂ ਦੀ ਜ਼ਿੰਦਗੀਆਂ ਚਲੀਆਂ ਗਈਆਂ ਨੇ। ਸੋ ਇੱਕ ਛੋਟੀ ਜਿਹੀ ਲਾਪਰਵਾਹੀ ਦੇ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਇਹ ਗੈਸ ਏਜੰਸੀ ਹੈ ਔਰ ਗੈਸ ਜਿੱਥੋਂ ਆ ਰਹੀ ਸੀਗੀ, ਖਰੀਦੀ ਜਾ ਰਹੀ ਸੀ, ਉਹ ਜਾਪਾਨ ਦੀ ਏਜੰਸੀ ਹੈ। ਔਰ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਚਲਾਵਾਂਗੇ, ਉੱਥੇ ਕਿਸੇ ਦੀ ਜ਼ਿੰਮੇਵਾਰੀ ਫਿਕਸ ਨਹੀਂ ਕਰਾਂਗੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਪ੍ਰਬੰਧਨ ਹੈ, ਜਿਹੜਾ ਇੱਕ ਆਪਾਂ ਕਹਿੰਦੇ ਹਾਂ ਕਿ ਗਵਰਨੈਂਸ ਹੈ, ਉਹਦੀ ਵੀ ਬੜੀ ਵੱਡੀ ਘਾਟ ਹੈ। ਇਹ ਨਹੀਂ ਕਿ ਸਾਡੇ ਕੋਲੇ ਇਨਫਰਾਸਟਰਕਚਰ ਨਹੀਂ ਹੈ, ਸਾਡੇ ਕੋਲੇ ਚੀਜ਼ਾਂ ਨਹੀਂ ਹੈਗੀਆਂ, ਸਾਡੇ ਕੋਲੇ ਸਾਰਾ ਕੁਝ ਹੈ ਇੱਥੇ,
ਪਰ ਇੱਕ ਜਿਹੜਾ ਹੈਗਾ ਗਵਰਨੈਂਸ ਦੀ ਜਿਹੜੀ ਹੈਗੀ ਕਮੀ ਹੋਣ ਕਰਕੇ, ਇੱਛਾ ਸ਼ਕਤੀ ਦੀ ਸਰਕਾਰਾਂ ਕੋਲ ਇੱਛਾ ਸ਼ਕਤੀ ਦੀ ਕਮੀ ਹੋਣ ਕਰਕੇ, ਸਰਕਾਰਾਂ ਦੀਆਂ ਨੀਤਾਂ ਤੇ ਨੀਤੀਆਂ ਗਲਤ ਹੋਣ ਕਰਕੇ ਅਸੀਂ ਉਹਨਾਂ ਚੀਜ਼ਾਂ ਨੂੰ ਯੂਟੀਲਾਈਜ਼ ਨਹੀਂ ਕਰ ਸਕਦੇ। ਤੁਸੀਂ ਪੰਜਾਬ ਦੇ ਵਿੱਚ ਵੀ ਇਹ ਗੱਲ ਦੇਖੋਗੇ, ਤੁਸੀਂ ਹਰਿਆਣੇ ਦੇ ਪੂਰੇ, ਮੈਨੂੰ ਲੱਗਦਾ ਹੈ ਕਿ ਮੁਲਕ ਦੇ ਵਿੱਚ ਵੱਖ-ਵੱਖ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਹਾਲਤ ਦੇਖੋਗੇ ਕਿ ਆਪਣੀ ਗਵਰਨੈਂਸ ਨੂੰ ਉਹ ਸਹੀ ਤਰੀਕੇ ਨਾਲ ਡਿਲੀਵਰ ਨਹੀਂ ਕਰ ਪਾਉਂਦੀਆਂ। ਸੋ ਉਹੀ ਨਤੀਜਾ ਨਿਕਲਿਆ ਹੈ ਕਿ ਸਾਡੇ ਹਸਪਤਾਲਾਂ ਦੇ ਵਿੱਚ ਮਹਾਰਾਸ਼ਟਰ ਖਾਸ ਤੌਰ ਤੇ, ਕਿਉਂਕਿ ਮਹਾਰਾਸ਼ਟਰ ਇੱਕ ਐਸਾ ਸਟੇਟ ਹੈ ਜਿੱਥੇ ਪਿਛਲੇ ਵਾਰੀ ਵੀ ਤੁਸੀਂ ਦੇਖਿਆ ਹੋਵੇਗਾ ਸਭ ਤੋਂ ਜ਼ਿਆਦਾ ਮਰੀਜ਼ ਹੋਏ ਔਰ ਉੱਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ, ਔਰ ਇਸ ਵਾਰੀ ਵੀ ਜਦੋਂ ਅਗਲੀ ਵੇਵ ਆਈ ਕਰੋਨਾ ਦੀ ਤਾਂ ਉੱਥੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਮਰੀਜ਼ ਦਿਖਾਈ ਦਿੱਤੇ ਔਰ ਮੌਤਾਂ ਵੀ ਜਿਹੜੀਆਂ ਨੇ ਲਗਭਗ ਸਭ ਤੋਂ ਜ਼ਿਆਦਾ ਹੋ ਰਹੀਆਂ ਨੇ। ਸੋ ਇਸ ਕਰਕੇ ਕਿਤੇ ਤਾਂ ਇਹ ਚਾਹੀਦਾ ਸੀਗਾ ਕਿ ਅਸੀਂ ਇਸ ਢਾਂਚੇ ਨੂੰ, ਜਿਵੇਂ ਤੁਸੀਂ ਹੈਲਥ ਦੀ ਗੱਲ ਕੀਤੀ ਆ, ਹੋਰ ਸਟਰੈਂਥਨ ਕਰਦੇ, ਹੋਰ ਮਜ਼ਬੂਤ ਕਰਦੇ। ਹੋਇਆ ਉਲਟ, ਸਗੋਂ ਅਸੀਂ ਆਪਣੇ ਜਿਹੜਾ ਮੌਜੂਦਾ ਢਾਂਚਾ ਹੈ ਹੈਲਥ ਦਾ, ਉਸ ਨੂੰ ਵੀ ਅਸੀਂ ਹੌਲੀ ਚਰਮਰਾ ਰਹੇ ਆ, ਉਹ ਹੌਲੀ ਮਤਲਬ ਬਿਲਕੁਲ ਤਬਾਹ ਹੋਣ ਦੇ ਕਿਨਾਰੇ ਹੈ। ਔਰ ਲੋਕਾਂ ਨੂੰ ਮਜਬੂਰੀ ਦੇ ਵੱਸ ਕੀ ਹੋ ਰਿਹਾ ਕਿ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਪੈ ਰਿਹਾ ਔਰ ਮਹਿੰਗੇ ਤੋਂ ਮਹਿੰਗੇ ਇਲਾਜ ਕਰਵਾਉਣੇ ਪੈ ਰਹੇ ਨੇ, ਜਿਹਦੇ ਕਰਕੇ ਮੈਨੂੰ ਲੱਗਦਾ ਕਿ ਅਰਬਾਂ ਖਰਬਾਂ ਆਮ ਲੋਕਾਂ ਦਾ ਸਾਡਾ ਜਿਹੜਾ ਪੈਸਾ ਹੈ ਉਹ ਪ੍ਰਾਈਵੇਟ ਹੱਥਾਂ 'ਚ ਜਾ ਰਿਹਾ। ਇੱਕ ਪਾਸੇ ਅਸੀਂ ਜਿਵੇਂ ਹੁਣ ਖੇਤੀ ਕਾਨੂੰਨਾਂ ਦੀ ਗੱਲ ਕਰ ਰਹੇ ਹੋ, ਇਹੀ ਕਿਸਾਨ ਇਹੀ ਕਹਿ ਰਹੇ ਨੇ ਕਿ ਜੇ ਤੁਸੀਂ ਖੇਤੀ ਨੂੰ ਪ੍ਰਾਈਵੇਟ ਹੱਥਾਂ 'ਚ ਦੇਤਾ, ਜਿਵੇਂ ਜੋ ਅੱਜ ਹਾਲਾਤ ਜਿਹੜੇ ਨੇ ਐਜੂਕੇਸ਼ਨ ਦੇ ਹੋਏ ਨੇ, ਹੈਲਥ ਦੇ ਹੋਏ ਨੇ, ਕਿ ਜਦੋਂ ਤੁਸੀਂ ਐਜੂਕੇਸ਼ਨ ਨੂੰ ਪ੍ਰਾਈਵੇਟ ਹੱਥਾਂ 'ਚ ਦਿੱਤਾ, ਹੈਲਥ ਨੂੰ ਪ੍ਰਾਈਵੇਟ ਹੱਥਾਂ 'ਚ ਦਿੱਤਾ, ਤਾਂ ਕੀ ਹੋ ਗਿਆ ਕਿ ਆਮ ਲੋਕਾਂ ਕੋਲ ਹੈਲਥ ਦੂਰ ਹੋ ਗਈ, ਆਮ ਲੋਕਾਂ ਕੋਲੋਂ ਐਜੂਕੇਸ਼ਨ ਦੂਰ ਹੋ ਗਈ, ਇਸੇ ਤਰ੍ਹਾਂ ਆਮ ਲੋਕਾਂ ਕੋਲੋਂ ਖੇਤੀ ਦੂਰ ਹੋ ਜਾਏਗੀ। ਤੁਸੀਂ ਦੇਖੋਗੇ ਇਹੀ ਰੋਣਾ ਰੋ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਇਸ ਵੇਲੇ ਸਭ ਤੋਂ ਵੱਡੀ ਲੋੜ ਇਹ ਹੈ ਕਿ ਅਸੀਂ ਆਪਣਾ ਜੋ ਇਨਫਰਾਸਟ੍ਰਕਚਰ ਹੈ, ਜੋ ਗਵਰਨੈਂਸ ਹੈ ਸਹੀ, ਉਹਦੇ ਵਿੱਚ ਸਾਡੇ ਕੋਲੇ ਜੋ ਸਾਧਨ ਨੇ, ਸਾਡੇ ਕੋਲੇ ਰਿਸੋਰਸਿਸ ਨੇ, ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰੀਏ। ਔਰ ਉਹ ਤਾਂ ਹੀ ਯੂਟੀਲਾਈਜ਼ ਹੋ ਸਕਦੇ ਨੇ ਜੇ ਸਾਡੀਆਂ ਸਰਕਾਰਾਂ ਸੀਰੀਅਸ ਹੋਣਗੀਆਂ ਆਮ ਲੋਕਾਂ ਦੇ ਪ੍ਰਤੀ, ਆਪਣੇ ਵੋਟਰਾਂ ਦੇ ਪ੍ਰਤੀ, ਆਪਣੇ ਨਾਗਰਿਕਾਂ ਦੇ ਪ੍ਰਤੀ। ਸੋ ਜਿੰਨੀ ਦੇਰ ਉਹ ਸੀਰੀਅਸ ਨਹੀਂ ਹੁੰਦੀਆਂ, ਓਨੀ ਦੇਰ ਏਦਾਂ ਹੀ ਭਿਅੰਕਰ ਹਾਦਸੇ, ਆਪਾਂ ਨੂੰ ਪਤਾ ਹੈ ਕਿ ਤੁਸੀਂ ਭੋਪਾਲ ਗੈਸ ਦਾ ਨਾਮ ਸੁਣਿਆ ਹੋਵੇਗਾ, ਉਹਨਾਂ ਨੂੰ ਅੱਜ ਤੱਕ ਜਿਹੜੀ ਹੈਗੀ ਸਜ਼ਾ ਨਹੀਂ ਦਿੱਤੀ ਗਈ। ਇਹੀ ਘਟਨਾ ਹੁਣ ਬੇਸ਼ੱਕ ਮਹਾਰਾਸ਼ਟਰ ਸਰਕਾਰ ਨੇ ਇੱਕ ਕਮੇਟੀ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਕਮੇਟੀ ਬਣਾਵਾਂਗੇ, ਪੜਤਾਲ ਕਰਾਵਾਂਗੇ, ਪਰ ਸੁਖਵਿੰਦਰ ਜੀ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਕਮੇਟੀਆਂ ਬਣਦੀਆਂ ਨੇ ਇਸ ਮੁਲਕ 'ਚ, ਸਿੱਟਾਂ ਬਣਦੀਆਂ ਨੇ ਔਰ ਕਮਿਸ਼ਨ ਬਣਦੇ ਨੇ ਵੱਖ-ਵੱਖ ਘਟਨਾਵਾਂ ਦੇ ਉੱਤੇ, ਪਰ ਉਹਦੇ 'ਚੋਂ ਨਿਕਲਦਾ ਕੁਝ ਵੀ ਨਹੀਂ ਹੈ, ਰਿਜ਼ਲਟ ਕੁਝ ਵੀ ਨਹੀਂ ਹੁੰਦਾ। ਸੋ ਨਤੀਜਾ ਜਿਹੜਾ ਹੈਗਾ ਆਪਾਂ ਨੂੰ ਪਤਾ ਹੈ ਕਿ ਇਹਦਾ ਨਤੀਜਾ ਕੀ ਨਿਕਲੇਗਾ। ਬੇਸ਼ੱਕ ਅੱਜ ਮੁੱਖ ਮੰਤਰੀ ਸਾਹਿਬ ਨੇ, ਮਹਾਰਾਸ਼ਟਰ ਦੇ ਨੇ ਕਿਹਾ ਕਿ 5 ਲੱਖ ਮੈਂ ਮ੍ਰਿਤਕਾਂ ਨੂੰ ਦੇਵਾਂਗਾ, ਪਰ ਮੈਨੂੰ ਲੱਗਦਾ ਕਿ ਜਿਹੜਾ ਨਿਆਂ ਹੈ, ਜਦੋਂ ਬੰਦਾ ਇਨਸਾਨ ਚਲਾ ਗਿਆ ਤੁਹਾਡਾ, ਉਹਦੇ ਬਾਅਦ ਪੈਸੇ ਤੁਸੀਂ ਕੀ ਕਰਨੇ ਨੇ। ਸੋ ਇਸ ਕਰਕੇ ਪੈਸਿਆਂ ਨਾਲੋਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਭ ਤੋਂ ਜ਼ਿਆਦਾ ਲੋੜ ਇਹ ਹੈ ਕਿ ਅਸੀਂ ਇਨਸਾਨਾਂ ਨੂੰ ਬਚਾਈਏ, ਇਨਸਾਨਾਂ ਦੀ ਜ਼ਿੰਦਗੀ ਨੂੰ ਬਚਾਉਣਾ। ਉਹ ਤਾਂ ਹੀ ਬਚਣਗੇ, ਜਿਵੇਂ ਤੁਸੀਂ ਕਹੋਗੇ, ਜੇ ਅਸੀਂ ਸਹੀ ਲੋਕ ਚੁਣਾਂਗੇ, ਸਹੀ ਬੰਦੇ, ਸਹੀ ਪਾਰਟੀਆਂ ਚੁਣਾਂਗੇ ਔਰ ਇਮਾਨਦਾਰ ਲੋਕ ਚੁਣਾਂਗੇ, ਤਾਂ ਕਿ ਇਮਾਨਦਾਰੀ ਦੇ ਨਾਲ ਤੁਹਾਡਾ ਜਿਹੜਾ ਪੈਸਾ ਹੈ, ਜਿਹੜਾ ਵੀ ਪੈਸਾ ਤੁਹਾਡੀਆਂ ਸਿਹਤ ਔਰ ਬਾਕੀ ਸਹੂਲਤਾਂ ਤੇ ਲੱਗਣਾ ਹੈ, ਜੇ ਉਹ ਸਹੀ ਤਰੀਕੇ ਨਾਲ ਲੱਗੇਗਾ ਤਾਂ ਲਾਜ਼ਮੀ ਤੌਰ ਤੇ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ, ਸਾਡੇ ਹਸਪੀਟਲਸ ਨੇ, ਸਾਡੇ ਸਕੂਲ ਨੇ, ਸਾਡੇ ਬਾਕੀ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦੇ ਲਈ ਕਿਸੇ ਦੀ ਜਵਾਬਦੇਹੀ ਹੋਏਗੀ। ਪਰ ਜੇ ਇੱਦਾਂ ਦੇ ਲੋਕ ਅਸੀਂ ਚੁਣਦੇ ਰਹੇ ਤਾਂ ਉਹ ਸਾਰੀ ਕਪਲੇਬਾਜ਼ੀ ਜਿਹੜੀ ਹੈਗੀ ਚੱਲਦੀ ਰਹੇਗੀ, ਲੋਕ ਮਰਦੇ ਰਹਿਣਗੇ। ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਹੈਗੀ ਨਜਾਇਜ਼ ਸ਼ਰਾਬ, ਗਲਤ ਸ਼ਰਾਬ ਪੀ ਕੇ ਵਿਚਾਰੇ ਸੈਂਕੜੇ ਲੋਕ ਜਿਹੜੇ ਸੀ ਮਾਰੇ ਗਏ ਸੀਗੇ, ਔਰ ਅੱਜ ਤੱਕ ਉਹਨਾਂ ਲਈ ਕੌਣ ਜ਼ਿੰਮੇਵਾਰ ਹੈ, ਉਹ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹ ਜਿਹੜੇ ਰੇਲ ਗੱਡੀ ਦੇ ਵਿੱਚ ਵਿਚਾਰੇ ਕੱਟ ਕੇ ਦੁਸ਼ਹਿਰੇ ਵਾਲੇ ਦਿਨ ਉਹ ਮਾਰੇ ਗਏ ਸੀਗੇ, ਉਹਨਾਂ ਦਾ ਅੱਜ ਤੱਕ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਨੇ ਲਈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਦਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਲਗਾਤਾਰ, ਔਰ ਕਿਸੇ ਦੇ ਕੰਨ ਤੇ ਉੱਤੇ ਜੂ ਨਹੀਂ ਸਰਕਦੀ। ਨਾ ਕੋਈ ਸਰਕਾਰ ਸੈਂਸਿਟਿਵ ਹੁੰਦੀ ਹੈ, ਨਾ ਕੋਈ ਸੈਂਟਰ ਸਰਕਾਰ ਸੈਂਸਿਟਿਵ ਹੁੰਦੀ ਹੈ। ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਲੋਕ ਮਰਦੇ ਰਹਿੰਦੇ ਨੇ ਔਰ ਸਾਡਾ ਸਮਾਜ ਇਦਾਂ ਹੀ ਚੱਲਦਾ ਆ ਰਿਹਾ ਹੈ। ਸੋ ਮੇਰਾ ਕਹਿਣ ਦਾ ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਸੰਵੇਦਨਸ਼ੀਲ ਹੋਣ ਦੀ ਲੋੜ ਹੈ, ਔਰ ਜੇ ਲੋਕਾਂ ਦੀ ਔਰ ਇਨਸਾਨਾਂ ਦੀ ਜਾਨ ਜਾ ਰਹੀ ਹੈ ਤਾਂ ਉਹਦੇ ਲਈ ਜ਼ਿੰਮੇਵਾਰੀ ਤੈਅ ਹੋਵੇ
ਔਰ ਉਹਨੂੰ ਬਕਾਇਦਾ ਜਿਹੜੀ ਹੈਗੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਕ। ਸੋ ਇਹੀ ਸਮਾਂ ਮੰਗ ਕਰ ਰਿਹਾ ਹੈ ਸੁਖਵਿੰਦਰ ਜੀ। ਜੀ ਜੀ ਜੀ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਮਿਹਰਬਾਨੀ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਾਨੂੰ ਕਿ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਗੱਲਬਾਤ ਦਾ ਨਿਚੋੜ ਮੇਰੇ ਹਿਸਾਬ ਨਾਲ ਇਹੀ ਨਿਕਲਦਾ ਹੈ ਕਿ ਜਦੋਂ ਅਸੀਂ ਅਜਿਹੀਆਂ ਅਫਸੋਸਨਾਕ ਜਦੋਂ ਘਟਨਾਵਾਂ ਵਾਪਰਦੀਆਂ ਨੇ ਤਾਂ ਸਾਨੂੰ ਜਿਹੜਾ ਉਹ ਕੁਝ ਸਮੇਂ ਲਈ ਬੈਠ ਕੇ ਸੋਚ ਲੈਣਾ ਚਾਹੀਦਾ, ਸਿਆਸੀ ਲੀਡਰਾਂ ਨੂੰ ਵੀ ਆਮ ਲੋਕਾਂ ਨੂੰ ਵੀ, ਕਿ ਸਾਡੀਆਂ ਸਿਆਸਤਾਂ ਚੱਲਦੀਆਂ ਰਹਿਣਗੀਆਂ ਪਰ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ਲੋਕਾਂ ਦੀ ਜਾਨ ਜਾਣ ਦੇ ਜ਼ਿੰਮੇਵਾਰ ਜਿਹੜੇ ਆ ਉਹ ਅਸੀਂ ਆਪ ਬਣ ਜਾਂਦੇ ਆ। ਅਸੀਂ ਸਿਲੰਡਰਾਂ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਮਾਰੇ ਫਿਰ ਰਹੇ ਨੇ, ਅਸੀਂ ਸਿਹਤ ਸਹੂਲਤਾਂ ਦਾ ਪ੍ਰਬੰਧ ਨਹੀਂ ਕਰ ਸਕਦੇ, ਅਸੀਂ ਲੋਕਾਂ ਨੂੰ ਜਾਗਰੂਕ ਨਹੀਂ ਕਰ ਸਕੇ ਕਿ ਉਹ ਕਿੱਦਾਂ ਆਪਣਾ ਬਚਾਅ ਕਰ ਸਕਦੇ ਨੇ, ਅਸੀਂ ਲੋਕਾਂ ਦੇ ਤੱਕ ਉਹਨਾਂ ਦੀਆਂ ਮੁੱਢਲੀਆਂ ਸਹੂਲਤਾਂ ਨਹੀਂ ਪਹੁੰਚਾ ਸਕੇ ਤਾਂ ਕਿਤੇ ਨਾ ਕਿਤੇ ਅਸੀਂ ਕਸੂਰਵਾਰ ਹਾਂ ਤੇ ਸਾਨੂੰ ਇਸ ਨੂੰ ਲੈ ਕੇ ਆਪਣੇ ਵਿੱਚ ਸੁਧਾਰ ਕਰ ਲੈਣਾ ਚਾਹੀਦਾ। ਕੁਰਸੀਆਂ ਮਿਲਦੀਆਂ ਰਹਿਣਗੀਆਂ, ਕੁਰਸੀਆਂ ਆਉਂਦੀਆਂ ਰਹਿੰਦੀਆਂ ਨੇ, ਸਿਆਸਤਾਂ ਹੁੰਦੀਆਂ ਰਹਿੰਦੀਆਂ ਨੇ, ਸਰਕਾਰਾਂ ਬਣਦੀਆਂ ਰਹਿੰਦੀਆਂ ਨੇ, ਪਰ ਲੋਕਾਂ ਦੀ ਜਾਨ ਜਿਹੜੀ ਹੈ ਉਹ ਇਸ ਤੋਂ ਵੱਧ ਕੀਮਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।